ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਜੋ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਆਪ ਜੀ ਸਰਵਣ ਕਰਨ ਜਾ ਰਹੇ ਹੋ, ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ ਵਡਹੰਸ ਮਹੱਲਾ ਪੰਜਵਾਂ ਕਰ ਪਹਿਲਾ ਦੇ ਸਿਰਲੇਖ ਹੇਠ ਜੁਗੋ ਜੁਗ ਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 562 ਉੱਤੇ ਅੰਕਿਤ ਹੈ। ਪਾਵਨ ਪਵਿੱਤਰ ਸ਼ਬਦ ਵਿੱਚ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਅਕਾਲ ਪੁਰਖ ਦੀ ਸਿਫਤ ਸਲਾਹ ਕਰਦੇ ਹੋਏ ਸਾਨੂੰ ਸੰਸਾਰੀ ਜੀਵਾਂ ਨੂੰ ਉਸ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਜੁੜਨ ਦਾ ਉਪਦੇਸ਼ ਦਿੰਦੇ ਹੋਏ ਆਪਣੀ ਪਾਵਨ ਪਵਿੱਤਰ ਬਾਣੀ ਵਿੱਚ ਉਪਦੇਸ਼ ਕਰਦੇ ਹਨ। ਸੋ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਧੰਨ ਗੁਰੂ ਅਕਾਲ ਪੁਰਖ ਦੀ ਵਡਿਆਈ ਨੂੰ ਬਿਆਨ ਕਰਦੇ ਹੋਏ ਆਪਣੀ ਪਾਵਨ ਪਵਿੱਤਰ ਬਾਣੀ ਵਿੱਚ ਉਪਦੇਸ਼ ਕਰਦੇ ਹਨ। ਅਤ ਉੱਚਾ ਤਾਂਕਾ ਦਰਬਾਰਾ, ਅੰਤ ਨੀ ਕਿਛ ਪਾਰਾ ਵਾਰਾ। ਸੋ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਅਕਾਲ ਪੁਰਖ ਦੀ ਸਿਫਤ ਸਲਾਹ ਕਰਦੇ ਹੋਏ ਸਾਨੂੰ ਸੰਸਾਰੀ ਜੀਵਾਂ ਨੂੰ ਉਸ ਅਕਾਲ ਪੁਰਖ ਦੇ ਚਰਨਾਂ ਨਾਲ ਜੁੜਨ ਦਾ ਉਪਦੇਸ਼ ਦਿੰਦੇ ਹੋਏ ਆਪਣੀ ਪਾਵਨ ਪਵਿੱਤਰ ਬਾਣੀ ਵਿੱਚ ਉਪਦੇਸ਼ ਕਰਦੇ ਹਨ ਕਿ ਇਹ ਅਕਾਲ ਪੁਰਖ ਜਿੱਥੇ ਆਪ ਉੱਚੇ ਹੋ ਉੱਥੇ ਆਪ ਜੀ ਦਾ ਦਰਬਾਰ ਵੀ ਬਹੁਤ ਉੱਚਾ ਹੈ, ਜਿਸ ਦੀ ਉਚਾਈ ਦਾ ਕੋਈ ਅੰਤ ਨਹੀਂ ਪਾ ਸਕਦਾ, ਜੋ ਪਰੇ ਤੋਂ ਪਰੇ ਹੈ, ਜਿਸ ਦਾ ਕੋਈ ਪਾਰ ਨਹੀਂ ਪਾਇਆ ਜਾ ਸਕਦਾ। ਅਤ ਉੱਚਾ ਤਾਂਕਾ ਦਰਬਾਰਾ, ਅੰਤ ਨੀ ਕਿਛ ਪਾਰਾ ਵਾਰਾ। ਸੋ ਜਿਸ ਅਕਾਲ ਪੁਰਖ ਦਾ ਉਰਲਾ ਪਾਸਾ ਪਰਲਾ ਪਾਸਾ ਨਜ਼ਰ ਨਹੀਂ ਆਉਂਦਾ, ਉਹ ਕਿਤਨਾ ਬੇਅੰਤ ਹੈ, ਉਹ ਪਰੇ ਤੋਂ ਪਰੇ ਹੈ, ਜੀਵਾਂ ਦੀ ਪਹੁੰਚ ਤੋਂ ਦੂਰ ਹੈ। ਇਸ ਕਰਕੇ ਅਕਾਲ ਪੁਰਖ ਦੀ ਸਿਫਤ ਸਲਾਹ ਕਰਦੇ ਹੋਏ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹਨ, ਪ੍ਰਭੂ ਆਪ ਜੀ ਦਾ ਦਰਬਾਰ ਬਹੁਤ ਉੱਚਾ ਹੈ। ਜਿੱਥੇ ਆਪ ਉੱਚੇ ਹੋ ਉੱਥੇ ਪ੍ਰਭੂ ਆਪ ਜੀ ਦਾ ਦਰਬਾਰ ਵੀ ਬਹੁਤ ਉੱਚਾ ਹੈ, ਜਿਸ ਦਾ ਕੋਈ ਅੰਤ ਨਹੀਂ ਪਾ ਸਕਦਾ। ਊਚ ਅਪਾਰ ਬੇਅੰਤ ਸਾਮੀ, ਕੌਣ ਜਾਣੇ ਗੁਣ ਤੇਰੇ। ਹੈ ਪ੍ਰਭੂ ਆਪ ਬਹੁਤ ਉੱਚੇ ਹੋ, ਆਪ ਜੀ ਦਾ ਕੋਈ ਅੰਤ ਨਹੀਂ ਪਾ ਸਕਦਾ, ਆਪ ਦੇ ਗੁਣਾਂ ਦੀ ਕੋਈ ਵਿਚਾਰ ਨਹੀਂ ਕਰ ਸਕਦਾ, ਆਪ ਬੇਅੰਤ ਗੁਣਾਂ ਦੇ ਮਾਲਕ ਹੋ। ਇਸ ਕਰਕੇ ਪ੍ਰਭੂ ਜਿੱਥੇ ਆਪ ਉੱਚੇ ਹੋ, ਮੈਂ ਪੇਖਿਓਰੀ ਮੋਹਨ ਸਭ ਤੇ ਉੱਚਾ। ਗੁਰੂ ਸਾਹਿਬ ਜੀ ਕਹਿੰਦੇ ਹਨ, ਮੈਂ ਆਪਣੀਆਂ ਅੱਖਾਂ ਦੇ ਨਾਲ ਪ੍ਰਤੱਖ ਰੂਪ ਵਿੱਚ ਆਪਣੇ ਪਿਆਰੇ ਪ੍ਰਭੂ ਦੇ ਦਰਸ਼ਨ ਕੀਤੇ ਹਨ ਅਤੇ ਮੇਰਾ ਪ੍ਰਭੂ ਸਭ ਤੋਂ ਉੱਚਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਨ, ਪ੍ਰਭੂ ਜਿੱਥੇ ਆਪ ਉੱਚੇ ਹੋ ਉੱਥੇ ਆਪ ਜੀ ਦਾ ਦਰਬਾਰ ਉੱਚਾ ਹੈ, ਆਪ ਜੀ ਦਾ ਕੋਈ ਅੰਤ ਨਹੀਂ ਪਾ ਸਕਦਾ, ਆਪ ਪਰੇ ਤੋਂ ਪਰੇ ਹੋ, ਜਿਸ ਦਾ ਕੋਈ ਪਾਰਾਵਾਰ ਨਹੀਂ ਪਾ ਸਕਦਾ। ਗੁਰੂ ਸਾਹਿਬ ਜੀ ਕਹਿੰਦੇ ਹਨ, ਕੋਟ 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 ਲੱਖ ਧਾਵੇ। ਜਿਸ ਅਕਾਲ ਪੁਰਖ ਦੀ ਪ੍ਰਾਪਤੀ ਵਾਸਤੇ ਕਰੋੜਾਂ ਹੀ ਜੀਵ ਉਹਦੀ ਭਾਲ ਵਿੱਚ ਲੱਗੇ ਹੋਏ ਹਨ, ਦੌੜ ਭੱਜ ਵਿੱਚ ਲੱਗੇ ਹਨ, ਪਰ ਉਹ ਪ੍ਰਮਾਤਮਾ ਦੀ ਸੱਤਾ ਤੱਕ ਅੱਜ ਤੱਕ ਕੋਈ ਪਹੁੰਚ ਨਹੀਂ ਸਕਿਆ, ਜੋ ਪਰੇ ਤੋਂ ਪਰੇ ਹੈ, ਜਿਸ ਦਾ ਕੋਈ ਅੰਤ ਨਹੀਂ ਪਾ ਸਕਿਆ। ਕੋਟ 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 ਲੱਖ ਧਾਵੇ, ਲੱਖਾਂ ਹੀ ਜੀਵ ਉਸ ਦੀ ਭਾਲ ਵਿੱਚ ਲੱਗੇ ਹੋਏ ਹਨ। ਕੋਈ ਉਸ ਨੂੰ ਜੰਗਲਾਂ ਵਿੱਚ ਲੱਭ ਰਿਹਾ ਹੈ, ਕੋਈ ਪਹਾੜਾਂ ਦੀਆਂ ਕੁੰਦਰਾਂ ਵਿੱਚ ਲੱਭ ਰਿਹਾ ਹੈ। ਇਸ ਤਰ੍ਹਾਂ ਕੋਈ ਯੋਗ ਆਸਣ ਲਾ ਕੇ ਵੱਡੇ ਵੱਡੇ ਤਪੀਸਰ ਜਿਹੜੇ ਹਨ ਉਹਦੀ ਭਾਲ ਵਿੱਚ ਲੱਗੇ ਹੋਏ ਹਨ, ਜਿਸ ਦਾ ਕੋਈ ਅੰਤ ਨਹੀਂ ਪਾ ਸਕਦਾ। ਬੇਅੰਤ ਜੀਵ ਪਰਮਾਤਮਾ ਦੀ ਭਾਲ ਵਿੱਚ ਲੱਗੇ ਹੋਏ ਹਨ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਨ, ਕੋਟ 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 ਲੱਖ ਧਾਵੇ, ਕਰੋੜਾਂ ਹੀ ਜੀਵ ਪ੍ਰਭੂ ਤੇਰੀ ਭਾਲ ਵਿੱਚ ਲੱਗੇ ਹੋਏ ਹਨ। ਇੱਕ ਤਿਲ ਤਾਂਕਾ ਮਹਿਲ ਨਾ ਪਾਵੇ। ਸੋ ਇੱਕ ਤਿਲਾਂ ਦੇ ਦਾਣੇ ਜਿੰਨਾ ਵੀ ਆਪ ਦੀ ਮਹਿਲ ਰੂਪੀ ਘਰ ਦੀ ਕੋਈ ਪ੍ਰਾਪਤੀ ਨਹੀਂ ਕਰ ਸਕਿਆ, ਕਿਉਂਕਿ ਜਿੱਥੇ ਪ੍ਰਭੂ ਆਪ ਉੱਚੇ ਹੋ, ਆਪ ਦਾ ਮਹਿਲ ਰੂਪੀ ਘਰ ਵੀ ਬਹੁਤ ਉੱਚਾ ਹੈ, ਜਿਸ ਦੀ ਸੱਤਾ ਤੱਕ ਕੋਈ ਪਹੁੰਚ ਨਹੀਂ ਸਕਦਾ। ਇਸ ਕਰਕੇ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹਨ, ਪ੍ਰਭੂ ਕਰੋੜਾਂ
ਲੱਖਾਂ ਹੀ ਜੀਵ ਆਪ ਦੀ ਭਾਲ ਵਿੱਚ ਲੱਗੇ ਹੋਏ ਹਨ, ਪਰ ਇਹਨਾਂ ਵਿੱਚੋਂ ਇੱਕ ਤਿਲਾਂ ਦੇ ਦਾਣੇ ਜਿੰਨਾ ਵੀ ਆਪ ਜੀ ਦੇ ਮਹਿਲ ਰੂਪੀ ਘਰ ਦੀ ਕੋਈ ਪ੍ਰਾਪਤੀ ਨਹੀਂ ਕਰ ਸਕਿਆ। ਸੁਹਾਵੀ ਕਉ ਸੋ ਵੇਲਾ ਜਿਤ ਪ੍ਰਭ ਮੇਲਾ। ਸੋ ਰਹਾਉ ਵਾਲੀ ਪੰਕਤੀ 'ਚ ਗੁਰੂ ਸਾਹਿਬ ਜੀ ਕਹਿੰਦੇ ਹਨ, ਹੇ ਪ੍ਰਭੂ, ਉਹ ਸਮਾਂ ਬੜਾ ਸੁਹਾਵਣਾ ਹੈ, ਉਹ ਘੜੀ ਸੁਲੱਖਣੀ ਹੈ ਪ੍ਰਭੂ, ਜਿਸ ਸਮੇਂ ਮੈਂ ਆਪ ਜੀ ਦੇ ਦਰਸ਼ਨ ਕਰਦਾ ਹਾਂ, ਜਿਸ ਸਮੇਂ ਮੇਰਾ ਆਪ ਜੀ ਨਾਲ ਮਿਲਾਪ ਹੋਇਆ ਹੈ, ਉਹ ਸਾਰੇ ਸਮਿਆਂ ਨਾਲੋਂ ਉੱਚਾ ਸਮਾਂ ਹੈ, ਉੱਚੀ ਘੜੀ ਹੈ, ਉੱਚਾ ਵੇਲਾ ਹੈ ਪ੍ਰਭੂ, ਜਿਸ ਸਮੇਂ ਮੈਨੂੰ ਆਪ ਜੀ ਦੇ ਪ੍ਰਤੱਖ ਦਰਸ਼ਨ ਹੋਏ ਹਨ। ਸੁਹਾਵੀ ਕਉ ਸੋ ਵੇਲਾ ਜਿਤ ਪ੍ਰਭ ਮੇਲਾ। ਉਹ ਸਮਾਂ ਭਾਈ, ਉਹ ਘੜੀ ਸੁਹਾਵਣੀ ਹੋਵੇਗੀ ਜਿਤ ਸਮੇਂ ਮੇਰਾ ਪ੍ਰਭੂ ਨਾਲ ਮਿਲਾਪ ਹੋਇਆ ਹੈ। ਸੁਹਾਵੀ ਕਉ ਸੋ ਵੇਲਾ ਜਿਤ ਪ੍ਰਭ ਮੇਲਾ। ਰਹਾਉ, ਜਿਸ ਪ੍ਰਭੂ ਦਾ ਮੇਰੇ ਪ੍ਰਭੂ ਦੇ ਨਾਲ ਜਦੋਂ ਦਾ ਮੇਰਾ ਮੇਲ ਹੋਇਆ ਹੈ, ਉਹ ਸਮਾਂ, ਉਹ ਘੜੀ ਸੁਲੱਖਣੀ ਵੱਡਿਆਂ ਭਾਗਾਂ ਵਾਲੀ ਹੈ। ਵਡ ਭਾਗ ਹੋਆ ਗੁਰ ਸੰਤ ਮਿਲਾਵਾ, ਪ੍ਰਭ ਅਵਿਨਾਸੀ ਘਰ ਮੈਂ ਪਾਇਆ। ਸੋ ਉਹ ਅਵਿਨਾਸੀ ਨਾਸ ਤੋਂ ਰਹਿਤ ਪ੍ਰਭੂ ਜਿਹੜਾ ਹੈ, ਜਦੋਂ ਦਾ ਮੈਨੂੰ ਪ੍ਰਾਪਤ ਹੋਇਆ ਹੈ, ਗੁਰੂ ਸਾਹਿਬ ਜੀ ਕਹਿੰਦੇ ਅਸੀਂ ਵੱਡਿਆਂ ਭਾਗਾਂ ਵਾਲੇ ਹੋ ਗਏ ਹਾਂ। ਉਹ ਘੜੀ ਸੁਲੱਖਣੀ ਹੈ, ਜਿਸ ਘੜੀ, ਜਿਸ ਸਮੇਂ ਮੈਨੂੰ ਪ੍ਰਭੂ ਦੇ ਦੀਦਾਰ ਦਰਸ਼ਨ ਹੋਏ ਹਨ, ਜਿਸ ਸਮੇਂ ਮੈਨੂੰ ਪ੍ਰਭੂ ਨਾਲ ਮੇਰਾ ਮਿਲਾਪ ਹੋਇਆ ਹੈ, ਉਹ ਘੜੀ ਸੁਹਾਵਣੀ ਤੇ ਵੱਡਿਆਂ ਭਾਗਾਂ ਵਾਲੀ ਹੈ। ਸੁਹਾਵੀ ਕਉ ਸੋ ਵੇਲਾ ਜਿਤ ਪ੍ਰਭ ਮੇਲਾ। ਰਹਾਉ, ਲਾਖ ਭਗਤ ਜਾ ਕੋ ਆਰਾਧੇ। ਸੋ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਕਰਦੇ ਹਨ ਕਿ ਪ੍ਰਭੂ, ਲੱਖਾਂ ਹੀ ਤੇਰੇ ਭਗਤ ਹਨ ਜੋ ਤੇਰੀ ਆਰਾਧਨਾ ਵਿੱਚ ਲੱਗੇ ਹੋਏ ਹਨ, ਜਿਨ੍ਹਾਂ ਭਗਤਾਂ ਦੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ। ਬੇਅੰਤ ਪ੍ਰਭੂ ਦੇ ਪਿਆਰੇ ਭਗਤ, ਹੇ ਪ੍ਰਭੂ, ਤੈਨੂੰ ਯਾਦ ਕਰਦੇ ਹਨ, ਤੇਰੀ ਯਾਦ ਵਿੱਚ ਜੁੜਦੇ ਹਨ। ਲੱਖਾਂ ਕਰੋੜਾਂ ਭਗਤ ਤੇਰੀ ਯਾਦ ਵਿੱਚ ਜੁੜ ਰਹੇ ਹਨ ਤੇ ਜੁੜੇ ਹੋਏ ਹਨ, ਜਿਸ ਕਰਕੇ ਪ੍ਰਭੂ ਮੈਂ ਉਹਨਾਂ ਤੇਰੇ ਭਗਤਾਂ ਦੀ ਗਿਣਤੀ ਨਹੀਂ ਕਰ ਸਕਦਾ ਕਿ ਕਿੰਨੇ ਕੁ ਤੇਰੇ ਪ੍ਰਭੂ ਪਿਆਰੇ ਭਗਤ ਤੇਰਾ ਨਿਤ ਨਵਾਂ ਰੋਜ਼ ਨਾਮ ਲੈਂਦੇ ਹਨ। ਲਾਖ ਭਗਤ ਜਾ ਕੋ ਆਰਾਧੇ। ਸੋ ਕਰੋੜਾਂ ਹੀ, ਲੱਖਾਂ ਹੀ ਭਗਤ ਪ੍ਰਭੂ ਤੇਰੀ ਆਰਾਧਨਾ ਵਿੱਚ ਲੱਗੇ ਹੋਏ ਹਨ। ਲੱਖ ਤਪੀਸਰ ਤਪ ਹੀ ਸਾਧ ਹੈ। ਤੋ ਲੱਖਾਂ ਹੀ ਤਪੀਸਰ ਜਿਹੜੇ ਤਪ ਕਰਨ ਵਾਲੇ, ਤਪ ਸਾਧਨਾ ਕਰਨ ਵਾਲੇ ਪ੍ਰਭੂ ਤੇਰੀ ਯਾਦ ਵਿੱਚ ਜੁੜੇ ਹੋਏ ਹਨ। ਲੱਖਾਂ ਤਪੀਸਰ ਤਪ ਸਾਧਨਾ ਕਰ ਰਹੇ ਹਨ, ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ ਕਿ ਕਿੰਨੇ ਕੁ ਪ੍ਰਭੂ, ਲੱਖਾਂ ਕਰੋੜਾਂ ਹੀ ਜੀਵ ਤੇਰੇ ਤਪ ਸਾਧਨਾ ਵਿੱਚ ਲੱਗ ਕੇ ਤੇਰਾ ਸਿਮਰਨ ਬੰਦਗੀ ਕਰ ਰਹੇ ਹਨ। ਲਾਖ ਜੋਗੀਸਰ ਕਰਤੇ ਜੋਗਾ। ਹੇ ਪ੍ਰਭੂ, ਲੱਖਾਂ ਹੀ ਜੋਗੀ ਜੋਗ ਆਸਣ ਲਾ ਕੇ ਬੈਠੇ ਹਨ ਤੇ ਲੱਖਾਂ ਹੀ ਤੇਰੇ ਨਾਲ ਸਮਾਧੀ ਲਾ ਕੇ ਬੈਠੇ ਹਨ ਪ੍ਰਭੂ। ਲੱਖਾਂ ਹੀ ਜੀਵ ਧੂਣੀਆਂ ਤਪਾ ਕੇ ਬੈਠੇ ਹਨ। ਲੱਖਾਂ ਹੀ ਕਰੋੜਾਂ ਹੀ ਜੀਵ ਜੋਗੀ ਸਰ ਤੇਰੇ ਨਾਮ ਨੂੰ ਪ੍ਰਾਪਤ ਕਰਨ ਵਾਸਤੇ ਯੋਗ ਸਾਧਨਾ ਕਰ ਰਹੇ ਹਨ, ਜਿਨ੍ਹਾਂ ਦਾ ਕੋਈ ਅੰਤ ਨਹੀਂ ਪਾ ਸਕਦਾ, ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ ਪ੍ਰਭੂ। ਕਿੰਨੇ ਹੀ ਜੋਗੀ ਯੋਗ ਸਾਧਨਾ ਕਰ ਰਹੇ ਹਨ, ਕਿੰਨੇ ਹੀ ਤਪੀਸਰ ਤਪ ਸਾਧਨਾ ਕਰ ਰਹੇ ਹਨ, ਕਿਤਨੇ ਹੀ ਭਗਤ ਪ੍ਰਭੂ ਤੇਰੀ ਯਾਦ ਵਿੱਚ ਜੁੜ ਰਹੇ ਹਨ। ਧੰਨ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਹਨ, ਲਾਖ ਭੋਗੀਸਰ ਭੋਗੇ ਭੋਗਾ। ਲੱਖਾਂ ਹੀ ਜੀਵ ਪ੍ਰਭੂ ਤੇਰੇ ਪਦਾਰਥਾਂ ਨੂੰ ਭੋਗ ਰਹੇ ਹਨ ਅਤੇ ਤੂੰ ਸਰਗਣ ਸਰੂਪ ਹੋ ਕੇ ਪ੍ਰਭੂ ਸਾਰੇ ਜੀਵਾਂ ਦੇ ਵਿੱਚ ਵਸ ਕੇ ਆਪਣੇ ਪਦਾਰਥਾਂ ਨੂੰ ਆਪ ਭੋਗ ਰਿਹਾ ਹੈ। ਇਸ ਕਰਕੇ ਪ੍ਰਭੂ ਲੱਖਾਂ ਹੀ ਜੀਵ ਤੇਰੇ ਪਦਾਰਥਾਂ ਨੂੰ ਭੋਗ ਰਹੇ ਹਨ। ਸੰਸਾਰ ਉੱਤੇ ਲੱਖਾਂ ਹੀ ਜੀਵ ਭੋਗੀ ਹਨ। ਘਟ ਘਟ ਵਸੇ ਜਾਣੇ ਥੋਰਾ, ਤੂੰ ਹਰੇਕ ਘਟ ਹਿਰਦੇ ਵਿੱਚ ਵਸਿਆ ਹੈ ਪ੍ਰਭੂ। ਸਾਰਿਆਂ ਜੀਵਾਂ ਦੀ ਸਾਰ ਲੈ ਰਿਹਾ ਹੈ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਿਹੋ ਪੁਕਾਰ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਹਰੇਕ ਘਟ ਹਿਰਦੇ ਵਿੱਚ ਪ੍ਰਭੂ ਸਮਾਇਆ ਹੋਇਆ, ਤੂੰ ਸਾਰੇ ਜੀਵਾਂ ਦੀ ਸਾਰ ਲੈ ਰਿਹਾ ਹੈ। ਸਾਰੇ ਜੀਵਾਂ ਨੂੰ ਰੋਜੀ ਦੇ ਰਿਹਾ ਪ੍ਰਭੂ, ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈ। ਹਰੇਕ ਘਟ ਵਿੱਚ ਪ੍ਰਭੂ ਤੂੰ ਹੀ ਰਮਿਆ ਹੋਇਆ ਦਿਸ ਰਿਹਾ ਹੈ। ਘਟ ਘਟ ਵਾਸੇ ਜਾਣੇ ਥੋਰਾ। ਇਸ ਕਰਕੇ ਪ੍ਰਭੂ ਤੂੰ ਸਾਰੇ ਥਾਵਾਂ 'ਤੇ ਸਮਾਇਆ ਹੋਇਆ, ਜੀਵਾਂ ਦੇ ਵਿੱਚ ਹਿਰਦੇ ਵਿੱਚ ਵਸ ਕੇ ਸਾਰੇ ਜੀਵਾਂ ਦੀ ਸਾਰ ਲੈ ਰਿਹਾ ਹੈ। ਧੰਨ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਹਨ, ਹੈ ਕੋਈ ਸਾਜਨ ਪਰਦਾ ਤੋਰਾ।
ਹੈ ਪ੍ਰਭੂ, ਕੋਈ ਐਸਾ ਸੱਜਣ ਪ੍ਰਭੂ ਤੇਰੇ ਤੋਂ ਵਸਾਏ ਹੋਏ ਪ੍ਰਭੂ, ਕੋਈ ਸੰਤ ਸੱਜਣ ਮਹਾਂਪੁਰਖ ਮਿਲ ਜਾਵੇ ਜੋ ਮੇਰਾ ਆਪ ਜੀ ਨਾਲ ਮਿਲਾਪ ਕਰਾ ਦੇਵੇ। ਕਰੋ ਯਤਨ ਜੇ ਹੋਏ ਮਿਹਰਬਾਨਾ, ਤਾਂ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਹਨ, ਆਓ ਅਕਾਲ ਪੁਰਖ ਨੂੰ ਮਿਲਣ ਦਾ ਯਤਨ ਕਰੀਏ, ਉਦਮ ਕਰੀਏ ਕਿ ਸਤਿਗੁਰੂ ਜੀ ਸਾਡੇ ਉੱਤੇ ਮਿਹਰਬਾਨ ਹੋ ਕੇ ਕਿਰਪਾ ਦੇ ਘਰ ਵਿੱਚ ਆ ਕੇ ਬਖਸ਼ਿਸ਼ ਕਰ ਦੇਣ ਤੇ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਸਾਡਾ ਜਨਮ ਮਰਨ ਦਾ ਦੁੱਖ ਮਿਟਾ ਦੇਣ, ਆਉਣ ਜਾਣ ਦਾ ਚੱਕਰ ਖਤਮ ਕਰ ਦੇਣ। ਧੰਨ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਹਨ, ਤਾਂ ਕੋ ਦੇ ਜਿਉ ਕੁਰਬਾਨਾ, ਸੋ ਮੈਂ ਆਪਣੀ ਜਿੰਦ ਉਸ ਸੰਤ ਮਹਾਂਪੁਰਖ ਦੇ ਹਵਾਲੇ ਕਰ ਦੇਵਾਂ, ਉਹਦੇ ਤੋਂ ਕੁਰਬਾਨ ਕਰ ਦੇਵਾਂ। ਕੋਈ ਸੰਤ ਮਹਾਂਪੁਰਖ ਆ ਕੇ ਮਿਲ ਪਵੇ ਤੇ ਸਾਡਾ ਵਿਲਾਪ ਉਸ ਪ੍ਰਭੂ ਪਿਆਰੇ ਨਾਲ ਕਰਵਾ ਦੇਵੇ। ਤਾਂ ਕੋ ਦੇ ਜਿਉ ਕੁਰਬਾਨਾ, ਮੈਂ ਆਪਣੀ ਜਿੰਦ ਆਪਣਾ ਸਭ ਕੁਝ ਉਸ ਮਹਾਂਪੁਰਖ ਤੋਂ ਕੁਰਬਾਨ ਕਰ ਦੇਵਾਂ ਜੋ ਮੈਨੂੰ ਆਪਣੇ ਅਕਾਲ ਪੁਰਖ ਨਾਲ ਮਿਲਾ ਕੇ ਉਸ ਦੇ ਦਰਸ਼ਨ ਕਰਵਾ ਦੇਵੇ ਤੇ ਮੇਰਾ ਜਨਮ ਮਰਨ ਦਾ ਦੁੱਖ ਮਿਟਾ ਦੇਵੇ। ਗੁਰੂ ਸਾਹਿਬ ਜੀ ਕਹਿੰਦੇ ਹਨ, ਮੈਂ ਆਪਣਾ ਸਭ ਕੁਝ ਕੀ ਕਿ ਜਿੰਦ ਜਾਨ ਵਿੱਚ ਐਸੇ ਸੰਤ ਮਹਾਂਪੁਰਖ ਤੋਂ ਕੁਰਬਾਨ ਕਰ ਜਾਵਾਂ। ਫਿਰਤ ਫਿਰਤ ਸੰਤਨ ਪੈ ਆਇਆ, ਇਸ ਕਰਕੇ ਧੰਨ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਹਨ ਕਿ ਮੈਂ ਫਿਰਦਾ ਫਿਰਦਾ ਹੋਇਆ, ਭਟਕਦਾ ਭਟਕਦਾ ਹੋਇਆ ਹੁਣ ਸੰਤ ਮਹਾਂਪੁਰਖਾਂ ਦੀ ਸ਼ਰਨ ਵਿੱਚ ਆਇਆ ਹਾਂ ਕਿ ਅਰਦਾਸ ਕਰਦਾ ਕਿ ਪ੍ਰਭੂ ਤੋਂ ਵਸਾਏ ਹੋਏ ਹੇ ਸੰਤ ਜਨੋ, ਮੇਰੇ ਤੇ ਵੀ ਕਿਰਪਾ ਵਿਸ਼ ਕਰੋ, ਮੈਨੂੰ ਵਿਛੜੇ ਹੋਏ ਨੂੰ ਪ੍ਰਭੂ ਦੇ ਨਾਲ ਮਿਲਾ ਦਿਓ ਤੇ ਮੇਰਾ ਵੀ ਜਨਮਾਂ ਜਨਮ ਦਾ ਜੋ ਵਿਛੋੜਾ ਹੈ ਉਸ ਨੂੰ ਖਤਮ ਕਰ ਦਿਓ। ਧੰਨ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਹਨ, ਦੁੱਖ ਭਰਮ ਹਮਾਰਾ ਸਗਲ ਮਟਾਇਆ। ਸੋ ਗੁਰੂ ਨੇ ਕਿਰਪਾ ਕਰਕੇ ਜੋ ਸਾਨੂੰ ਆਪਣੇ ਪ੍ਰਤੱਖ ਦਰਸ਼ਨ ਦਿੱਤੇ ਹਨ, ਕਿਰਪਾ ਕੀਤੀ ਹੈ, ਸਾਡੇ ਸਾਰੇ ਦੁੱਖ ਭਰਮ ਸਹਿਮ ਜਿਹੜੇ ਹਨ ਉਹ ਮਿਟਾ ਦਿੱਤੇ ਹਨ, ਖਤਮ ਕਰ ਦਿੱਤੇ ਹਨ। ਮੈਲ ਬੁਲਾਇਆ ਪ੍ਰਭ ਅੰਮ੍ਰਿਤ ਪੁੰਚਾ, ਤੇ ਗੁਰੂ ਸਾਹਿਬ ਜੀ ਕਹਿੰਦੇ ਹਨ, ਹੁਣ ਸਤਿਗੁਰੂ ਅਕਾਲ ਪੁਰਖ ਨੇ ਕਿਰਪਾ ਦੇ ਘਰ ਵਿੱਚ ਆ ਕੇ ਭਾਈ ਸਾਡੇ ਉੱਤੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਸਾਨੂੰ ਆਪਣੇ ਮਹਿਲ ਰੂਪੀ ਘਰ ਵਿੱਚ ਬੁਲਾਇਆ ਹੈ, ਅੰਮ੍ਰਿਤ ਰੂਪੀ ਨਾਮ ਰਸ ਦੀ ਦਾਤ ਦੇ ਕੇ ਸਦਾ ਵਾਸਤੇ ਸਾਨੂੰ ਮਿਰਤੂ ਤੋਂ ਰਹਿਤ ਕਰ ਦਿੱਤਾ ਹੈ, ਜਨਮ ਮਰਨ ਦੇ ਦੁੱਖ ਤੋਂ ਰਹਿਤ ਕਰ ਦਿੱਤਾ ਹੈ। ਅਸੀਂ ਉਹਦਾ ਦਿੱਤਾ ਅੰਮ੍ਰਿਤ ਰੂਪੀ ਨਾਮ ਰਸ ਭੁੰਜ ਕੇ ਸਦਾ ਵਾਸਤੇ ਤ੍ਰਿਪਤ ਹੋ ਗਏ ਹਾਂ। ਮੈਲ ਬੁਲਾਇਆ ਪ੍ਰਭ ਅੰਮ੍ਰਿਤ ਪੁੰਚਾ, ਗੁਰੂ ਨੇ ਕਿਰਪਾ ਕਰਕੇ ਹੁਣ ਸਾਨੂੰ ਆਪਣੇ ਮਹਿਲ ਰੂਪੀ ਘਰ ਵਿੱਚ ਬੁਲਾਇਆ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਹਨ, ਕਹੋ ਨਾਨਕ ਪ੍ਰਭ ਮੇਰਾ ਉੱਚਾ, ਤੇ ਇਸ ਕਰਕੇ ਪਾਤਸ਼ਾਹ ਕਹਿੰਦੇ, ਨਾਨਕ ਆਖਦਾ ਹੈ ਭਾਈ ਮੇਰਾ ਪ੍ਰਭੂ ਮੇਰਾ ਅਕਾਲ ਪੁਰਖ ਸਭ ਤੋਂ ਉੱਚਾ ਹੈ, ਜਿਸ ਨੇ ਕਿਰਪਾ ਬਖਸ਼ਿਸ਼ ਕਰਕੇ ਸਾਨੂੰ ਆਪਣੇ ਮਹਿਲ ਰੂਪੀ ਘਰ ਵਿੱਚ ਬੁਲਾ ਕੇ ਅੰਮ੍ਰਿਤ ਰੂਪੀ ਨਾਮ ਰਸ ਦੀ ਦਾਤ ਦੇ ਕੇ ਸਦਾ ਵਾਸਤੇ ਅਮਰ ਕਰ ਦਿੱਤਾ ਹੈ। ਤੇ ਅਸੀਂ ਉਹਦਾ ਦਿੱਤਾ ਅੰਮ੍ਰਿਤ ਰੂਪੀ ਨਾਮ ਰਸ ਭੁੰਚ ਕੇ ਪੀ ਕੇ ਤ੍ਰਿਪਤ ਹੋ ਗਏ ਹਾਂ। ਤੇ ਉਹ ਮੇਰਾ ਪ੍ਰਭੂ ਅਕਾਲ ਪੁਰਖ ਜਿਹੜਾ ਹੈ ਭਾਈ ਸਭ ਤੋਂ ਉੱਚਾ ਹੈ, ਸਭ ਤੋਂ ਮਹਾਨ ਸ਼ਕਤੀ ਦਾ ਮਾਲਕ ਹੈ, ਜਿਸ ਨੇ ਸਾਡੇ ਤੇ ਕਿਰਪਾ ਕਰਕੇ ਬਖਸ਼ਿਸ਼ ਕੀਤੀ ਹੈ, ਸਾਨੂੰ ਆਪਣੇ ਮਹਿਲ ਰੂਪੀ ਘਰ ਵਿੱਚ ਬੁਲਾ ਕੇ ਸਾਡਾ ਜਨਮ ਮਰਨ ਦਾ ਦੁੱਖ ਮਿਟਾ ਦਿੱਤਾ ਹੈ। ਸਤਿਗੁਰੂ ਪਿਆਰੀ ਸਾਧ ਸੰਗਤ ਜੀ, ਆਓ ਸਤਿਗੁਰਾਂ ਦੀ ਪੁੱਤਰ ਬਾਣੀ ਦੀ ਵਿਚਾਰ ਹਿਰਦੇ ਰੂਪੀ ਘਰ ਵਿੱਚ ਵਸਾ ਕੇ ਸੇਵਾ ਸਿਮਰਨ ਕਰਦੇ ਆਪਣਾ ਮੁੱਖਾ ਜਨਮ ਸਫਲਾ ਕਰੀਏ। ਸਤਿਗੁਰਾਂ ਦੀ ਪੁੱਤਰ ਬਾਣੀ ਦੀ ਵਿਚਾਰ ਕਰਦੇ ਸਮੇਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸਭ ਸੰਗਤਾਂ ਗੁਰੂ ਸਾਹਿਬਾਨ ਜੀ ਬਖਸ਼ਣਯੋਗ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।